ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਰ ਲਗਾਏ। ਸਹਿਜੇ ਹੀ ਗੁਣ ਉਚਰੈ ਭਗਤ ਕਰੇ ਲਿਵ ਲਾਏ। ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਰ ਲਗਾਏ। ਸਹਿਜੇ ਹੀ ਗੁਣ ਉਚਰੈ ਭਗਤ ਕਰੇ ਲਿਵ ਲਾਏ। ਸ਼ਬਦ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ। ਸ਼ਬਦ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਜੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 68 ਉੱਪਰ ਸੁਭਾਏਮਾਨ ਹਨ। ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਸ਼ਬਦਾਂ ਰਾਹੀਂ ਸਾਨੂੰ ਕੀ ਗਿਆਨ ਬਖਸ਼ਿਸ਼ ਕਰਦੇ ਹਨ। ਸਹਿਜ ਅਵਸਥਾ। ਸਹਿਜ ਦੇ ਬਹੁਤ ਸਾਰੇ ਅਰਥ ਹੈ। ਸਹਿਜ ਦਾ ਮਤਲਬ ਹੌਲੀ ਚੱਲਣਾ, ਸਹਿਜ ਦਾ ਮਤਲਬ ਸ਼ਾਂਤੀ ਦੀ ਪ੍ਰਾਪਤੀ, ਸਹਿਜ ਦਾ ਮਤਲਬ ਬ੍ਰਹਮ ਗਿਆਨ ਦੀ ਪ੍ਰਾਪਤੀ, ਕਿਉਂਕਿ ਗਿਆਨ ਹੀ ਮਨੁੱਖ ਨੂੰ ਸ਼ਾਂਤ ਕਰਦਾ ਹੈ, ਹੌਲੀ ਕਰਦਾ ਹੈ। ਗਿਆਨ ਹੋਣ ਤੋਂ ਬਾਅਦ ਹੀ ਮਨੁੱਖ ਦੇ ਦਿਲ ਦੀ ਧੜਕਣ ਹੈ ਜਿਹੜੀ ਇਹ ਵੀ ਹਲਕੀ ਹੋ ਜਾਂਦੀ ਹੈ। ਸਹਿਜ ਦੀਆਂ ਬਹੁਤ ਸਾਰੀਆਂ ਸ਼ਾਖਾਂ ਹਨ। ਸਹਿਜ ਦੇ ਬਹੁਤ ਸਾਰੇ ਅਰਥ ਬਣਦੇ ਹਨ। ਕਬੀਰ ਸਾਹਿਬ ਜੀ ਦਾ ਬਚਨ ਹੈ, ਕੱਲ ਆਪਾਂ ਪੜ੍ਹਿਆ ਸੀ। ਕਿਆ ਪੜ੍ਹੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ। ਪੜ੍ਹੈ ਸੁਣੈ ਕਿਆ ਹੋਈ ਜੋ ਸਹਿਜ ਨ ਮਿਲਿਓ ਸੋਈ। ਬਈ ਪੜ੍ਹਨ ਦਾ ਗਾਉਣ ਦਾ ਕੀ ਫਾਇਦਾ ਜੇ ਮਨ ਸਹਿਜ ਵਿੱਚ ਨਹੀਂ ਆਇਆ। ਪਰਮੇਸ਼ਰ ਦੀ ਸਿਫਤ ਵੇਦਾਂ ਗ੍ਰੰਥਾਂ ਨੂੰ ਉਸ ਵੇਲੇ ਬ੍ਰਾਹਮਣ ਲੋਕ ਵੇਦਾਂ ਨੂੰ ਪੜ੍ਹਦੇ ਸਨ ਜਿਸ ਵੇਲੇ ਕਬੀਰ ਸਾਹਿਬ ਜੀ ਦੁਨੀਆ ਵਿੱਚ ਆਏ। ਤਾਂ ਉਹਨਾਂ ਨੇ ਉਹਨਾਂ ਬ੍ਰਾਹਮਣਾਂ ਦੀ ਭਟਕਣਾ ਦੇਖੀ, ਮਾਇਆ ਦੇ ਪਿੱਛੇ ਭੱਜ ਦੌੜ ਦੇਖੀ ਤੇ ਕਬੀਰ ਸਾਹਿਬ ਜੀ ਨੂੰ ਕਹਿਣਾ ਪਿਆ ਕਿ ਕੀ ਫਾਇਦਾ ਵੇਦਾਂ ਗ੍ਰੰਥਾਂ ਨੂੰ ਪੜ੍ਹਨ ਦਾ ਜੇ ਤੁਹਾਨੂੰ ਇਹਨਾਂ ਦਾ ਗਿਆਨ ਪ੍ਰਾਪਤ ਨਹੀਂ ਹੋਇਆ। ਤੇ ਗਿਆਨ ਪ੍ਰਾਪਤੀ ਦੀ ਪਤਾ ਉਦੋਂ ਲੱਗਦਾ ਹੈ ਜਦੋਂ ਮਨੁੱਖ ਗਿਆਨ ਮੁਤਾਬਕ ਚੱਲਦਾ ਹੈ। ਉਹਦੇ ਜੀਵਨ ਤੋਂ ਜਾਂ ਬੋਲਿਆ ਤਾਂ ਕੱਢਿਆ ਵਿਚਾਰ। ਜਦੋਂ ਕੋਈ ਬੰਦਾ ਬੋਲਦਾ ਹੈ ਪਤਾ ਲੱਗਦਾ ਹੈ ਕਿ ਇਸ ਦੇ ਅੰਦਰਲੀ ਅਵਸਥਾ ਕੀ ਹੋਵੇਗੀ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਕੀ ਫਾਇਦਾ ਪੜ੍ਹਨ ਦਾ, ਸੁਣਨ ਸੁਣਾਉਣ ਦਾ ਜੇ ਤੁਹਾਡਾ ਮਨ ਸ਼ਾਂਤੀ ਵਿੱਚ ਨਹੀਂ ਆਇਆ, ਹੌਲੀ ਨਹੀਂ ਹੁੰਦਾ। ਜੇ ਕੋਈ ਮਨੁੱਖ ਗੱਡੀ ਭਜਾਉਂਦਾ ਨਾ, ਤੇਜ਼ ਭਜਾਉਂਦਾ ਹੈ ਤੇ ਉਹ ਗੱਡੀ ਐਵੇਂ ਨਹੀਂ ਭਜਾਉਂਦਾ, ਉਹਦਾ ਮਨ ਤੇਜ਼ੀ ਵਿੱਚ ਹੈ। ਤੇ ਜਿਨ੍ਹਾਂ ਦਾ ਮਨ ਸ਼ਾਂਤੀ ਵਿੱਚ ਹੈ, ਹੌਲੀ ਹੈ, ਉਹਨਾਂ ਦੀ ਗੱਡੀ ਵੀ ਹੌਲੀ ਚੱਲੇਗੀ। ਭਾਵ ਮਨ ਦੀ ਅਵਸਥਾ ਜਿਹੜੀ ਸਾਡੀਆਂ ਇੰਦਰੀਆਂ 'ਚ, ਸਾਡੇ ਹੱਥਾਂ ਪੈਰਾਂ 'ਚ ਵੀ ਆ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੀ ਫਾਇਦਾ ਜੇ ਤੇਰੇ ਅੰਦਰ ਸਹਿਜ ਅਵਸਥਾ ਪੈਦਾ ਨਹੀਂ ਹੋਈ। ਜੋ ਸਹਿਜ ਨਾ ਮਿਲਿਓ ਸੋਈ। ਫਿਰ ਪੁੱਛਿਆ ਮਹਾਰਾਜ ਇਹ ਸਹਿਜ ਅਵਸਥਾ ਕਿਵੇਂ ਪ੍ਰਾਪਤ ਹੋਵੇਗੀ। ਪਾਤਸ਼ਾਹ ਕਹਿੰਦੇ ਅਗਿਆਨਤਾ ਨੂੰ ਖਤਮ ਕਰਕੇ, ਗਿਆਨ ਪ੍ਰਾਪਤ ਕਰਕੇ।
ਜੋ ਸਹਿਜ ਨਾ ਮਿਲਿਓ ਸੋਈ ਅੰਧਿਆਰੈ ਦੀਪਕ ਚਾਹੀਏ। ਹਨੇਰੇ ਦੇ ਵਿੱਚ ਕਈ ਮਨੁੱਖ ਹਨੇਰੇ 'ਚ ਬੜੇ ਡਰਦੇ ਆ। ਜਦੋਂ ਮਨੁੱਖ ਡਰਦਾ ਹੈ ਉਹਦਾ ਦਿਲ ਬੜਾ ਤੇਜ਼ ਧੜਕਦਾ ਹੈ, ਹਨੇਰੇ ਤੋਂ ਡਰਦਿਆਂ ਕਰਕੇ। ਤੇ ਜਦੋਂ ਉਸ ਹਨੇਰੇ ਦੇ ਵਿੱਚ ਚਾਨਣ ਹੋ ਜਾਂਦਾ ਹੈ ਤੇ ਦਿਲ ਦੀ ਧੜਕਣ ਵੀ ਸਹਿਜ ਵਿੱਚ ਆ ਜਾਂਦੀ ਹੈ, ਕਿਉਂਕਿ ਡਰ ਖਤਮ ਹੋ ਗਿਆ। ਅੰਧਿਆਰੈ ਦੀਪਕ ਚਾਹੀਏ, ਕਹਿੰਦੇ ਹਨੇਰਾ ਭਜਾਉਣ ਵਾਸਤੇ ਜਿਵੇਂ ਦੀਵੇ ਦੀ ਲੋੜ ਹੈ, ਇਸੇ ਤਰ੍ਹਾਂ ਹੀ ਅਗਿਆਨਤਾ ਨੂੰ ਭਜਾਉਣ ਵਾਸਤੇ ਗਿਆਨ ਦੀ ਲੋੜ ਹੈ। ਅੰਧਿਆਰੈ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਹੀਐ। ਇੱਕ ਉਹ ਵਸਤੂ ਭਾਵ ਨਾਮ ਦੀ ਦਾਤ, ਭਾਵ ਗਿਆਨ। ਗਿਆਨ ਵੀ ਸਹਿਜ ਤੋਂ ਬਿਨਾਂ ਨਹੀਂ ਆਉਂਦਾ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਹਨੇਰੇ ਦੇ ਵਿੱਚ ਰੱਸੀ ਨੂੰ ਸੱਪ ਮੰਨ ਲਿਆ, ਮੰਨਿਆ ਹੀ ਆ, ਉਹਨੇ ਡੰਗ ਨਹੀਂ ਮਾਰਿਆ ਹਲੇ, ਬਸ ਦੇਖਿਆ ਹੀ ਆ ਹਨੇਰੇ 'ਚ ਪਈ ਰੱਸੀ। ਅਸੀਂ ਇਹ ਸੋਚ ਲਿਆ ਵੀ ਹਾਏ ਸੱਪ ਪਿਆ, ਬਸ ਇੰਨੀ ਗੱਲ ਸੋਚਦਿਆਂ ਹੀ ਸਾਡੇ ਦਿਲ ਦੀ ਧੜਕਣ ਵੱਧ ਗਈ, ਸਾਡੀ ਸਹਿਜ ਅਵਸਥਾ ਖਤਮ ਹੋ ਗਈ। ਔਰ ਅਸੀਂ ਭੱਜਦੇ ਹਾਂ, ਭੱਜ ਕੇ ਸੋਟੀ ਚੱਕਦੇ ਹਾਂ, ਲਾਈਟ ਚੱਕਦੇ ਹਾਂ, ਬੈਟਰੀ ਚੱਕਦੇ ਹਾਂ, ਦੀਵਾ ਚੱਕਦੇ ਹਾਂ, ਉੱਥੇ ਆਉਣੇ ਆ ਲੈ ਕੇ। ਤੇ ਜਦੋਂ ਹੀ ਉੱਥੇ ਲਾਈਟ ਮਾਰੀ ਤੇ ਅਸੀਂ ਡਰ ਹੱਸ ਕੇ ਕੀ ਕਿਹਾ, ਜਾ ਯਾਰ ਐਵੇਂ ਡਰ ਗਏ, ਇਹ ਤਾਂ ਰੱਸੀ ਸੀ। ਭਾਵ ਗਿਆਨ ਹੋ ਗਿਆ ਨਾ, ਪੱਕਾ ਪਤਾ ਲੱਗ ਗਿਆ ਵੀ ਇਹ ਰੱਸੀ ਹੈ। ਇਸੇ ਤਰ੍ਹਾਂ ਹੀ ਮਨੁੱਖ ਜਿਹੜਾ ਹੈ ਭਰਮਾਂ ਦੇ ਵਿੱਚ, ਭਟਕਣਾ ਦੇ ਵਿੱਚ ਪਿਆ। ਇਹਨੂੰ ਲੱਗਦਾ ਹੈ ਕਿ ਇਹ ਦੁੱਖ ਮੇਰੇ ਖਤਮ ਨਹੀਂ ਹੋਣੇ, ਪਰ ਗੁਰੂ ਕਹਿੰਦਾ ਜੇ ਤੈਨੂੰ ਗਿਆਨ ਹੋ ਜਾਵੇ, ਤੈਨੂੰ ਸਹਿਜ ਅਵਸਥਾ ਵੀ ਪ੍ਰਾਪਤ ਹੋ ਜੂ, ਦੁੱਖਾਂ ਦਾ ਵੀ ਖਾਤਮਾ ਹੋ ਜੂ। ਤੋ ਕੱਲ ਆਪਾਂ ਤੀਸਰਾ ਪਦਾ ਸਰਵਣ ਕੀਤਾ ਸੀ ਕਿ ਸਹਿਜ ਸਲਾਹੀ ਸਦਾ ਸਦਾ, ਸਹਿਜੇ ਸਹਿਜੇ ਸਲਾਹੁਣਾ ਕਰੋ ਆਰਾਮ ਨਾਲ। ਕਬੀਰ ਸਾਹਿਬ ਜੀ ਕਹਿ ਰਹੇ ਸੀ, ਇੱਕ ਵਸਤ ਅਗੋਚਰ ਲਹੀ ਹੈ, ਵਸਤ ਅਗੋਚਰ ਪਾਈ, ਘਟ ਦੀਪਕ ਰਹਾ ਸਮਾਈ। ਤੋ ਜਿਸ ਦੀਵੇ ਦੀ ਗੱਲ ਇੱਥੇ ਕਰਦੇ ਉਹ ਗਿਆਨ ਦਾ ਦੀਵਾ ਹੈ। ਉਹ ਕਹਿੰਦੇ ਸਾਡੇ ਹਿਰਦੇ ਵਿੱਚ ਹੀ ਹੈ, ਜਗਾਉਣ ਦੀ ਲੋੜ ਹੈ, ਗੁਰੂ ਕਿਰਪਾ ਕਰਕੇ ਜਗਾ ਦਿੰਦਾ ਹੈ। ਘਟ ਦੀਪਕ ਰਹਾ ਸਮਾਈ, ਕਹੈ ਕਬੀਰ ਅਬ ਜਾਣਿਆ, ਜਬ ਜਾਣਿਆ ਤੋਂ ਮਨ ਮਾਨਿਆ। ਜਦੋਂ ਜਾਣ ਲਈ ਗੱਲ ਤੇ ਮਨ ਹੌਲੀ ਹੋ ਗਿਆ, ਮਨ ਮੰਨ ਗਿਆ, ਮਨ ਸਹਿਜ ਅਵਸਥਾ ਵਿੱਚ ਆ ਗਿਆ, ਮਨ ਸ਼ਾਂਤੀ 'ਚ ਆ ਗਿਆ। ਮਨ ਮਾਨੈ ਲੋਕ ਨਾ ਭਤੀਜੈ, ਤੇ ਭਗਤ ਜੀ ਨੇ ਸੰਸਾਰ ਨੂੰ ਗਿਆਨ ਦੇ ਕੇ ਉਹ ਸ਼ਾਂਤੀ ਦੇਣ ਦੀ ਕੋਸ਼ਿਸ਼ ਕੀਤੀ। ਭਗਤਾਂ ਨੇ ਪ੍ਰਚਾਰ ਕੀਤਾ, ਗੁਰੂਆਂ ਨੇ ਪ੍ਰਚਾਰ ਕੀਤਾ, ਤਾਂ ਕਿ ਸੰਸਾਰ ਨੂੰ ਅਸਲੀਅਤ ਦੱਸੀ ਜਾਵੇ, ਤਾਂ ਕਿ ਸੁਖੀ ਵੱਜ ਜਾਵੇ ਸੰਸਾਰ ਦੀ ਅਸਲੀਅਤ ਕੀ ਹੈ। ਜਿਸ ਤਰ੍ਹਾਂ ਪਾਤਸ਼ਾਹ ਦੇ ਕਵਚਨ ਹੈ, ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਵਿਛੜ ਦੁਖ ਪਾਇਆ, ਸੋ ਗਤ ਭਈ ਹਮਾਰੀ। ਰਾਜੇ ਨੂੰ ਸੁਪਨਾ ਆਇਆ, ਰਾਜੇ ਜਨਕ ਨੂੰ। ਰਾਜੇ ਜਨਕ ਦੀ ਇਹ ਕਹਾਣੀ ਆ। ਕਹਿੰਦੇ ਰਾਜੇ ਜਨਕ ਨੂੰ ਰਾਤ ਨੂੰ ਸੁਪਨਾ ਆਇਆ, ਅੱਧੀ ਰਾਤ ਦਾ ਸਮਾਂ, ਮੰਜੇ ਤੇ ਪਿਆ, ਪਲੰਘੇ ਤੇ ਪਿਆ, ਆਪਣੇ ਸੁੰਦਰ ਬੈਡਰੂਮ 'ਚ ਪਿਆ ਹੈ, ਸੌਂ ਗਿਆ। ਪਰ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਕੀ ਦੇਖਦਾ ਹੈ ਕਿ ਉਹਦਾ ਰਾਜਪਾ ਖੁੱਸ ਗਿਆ ਔਰ ਉਹ ਮੰਗਤਾ ਬਣਿਆ ਹੋਇਆ ਤੇ ਮੰਗਦਾ ਫਿਰਦਾ ਹੈ। ਮੰਗਦਿਆਂ ਮੰਗਦਿਆਂ ਕਿਤੇ ਲੰਗਰ ਚੱਲ ਰਿਹਾ, ਭੰਡਾਰਾ ਚੱਲ ਰਿਹਾ, ਉੱਥੇ ਪਹੁੰਚ ਗਿਆ। ਉਹਨਾਂ ਨੂੰ ਕਹਿਣ ਲੱਗੇ ਆ ਮੈਨੂੰ ਵੀ ਕੁਛ ਦਿਓ ਖਾਣ ਨੂੰ, ਤੇ ਉਹ ਕਹਿੰਦੇ ਲਿਆ ਭਾਂਡਾ। ਉਹ ਨੇੜਿਓਂ ਕਿਸੇ ਘੜੇ ਦਾ ਠੀਕਰਾ ਚੱਕ ਲਿਆਇਆ, ਕਹਿੰਦਾ ਇਹ 'ਚ ਪਾ ਦਿਓ। ਤੇ ਜਦ ਉਹਨਾਂ ਨੇ ਉਹ 'ਚ ਖਾਣ ਵਾਲੀ ਵਸਤੂ ਕੋਈ ਪਾਈ ਤੇ ਚਾਣ ਚੱਕ ਹੀ ਦੋ ਭਿੜਦੇ ਹੋਏ ਢੱਠੇ ਉਹਦੇ ਵਿੱਚ ਆ ਕੇ ਵੱਜੇ, ਜਾਂ ਫਿਰ ਕੁੱਤੇ ਨੇ ਮੂੰਹ ਮਾਰੇ ਆ, ਜਿਵੇਂ ਹੀ ਕਹਿ ਦਿਓ। ਗੱਲ ਤਾਂ ਸੁਪਨਾ ਟੁੱਟਣ ਦੀ ਹੈ। ਔਰ ਜਦੋਂ ਹੀ ਇਹ ਘਟਨਾ ਘਟੀ ਤੇ ਉਹਦੇ ਹੱਥ ਵਿੱਚੋਂ ਠੀਕਰਾ ਡਿੱਗ ਪਿਆ, ਟੁੱਟ ਗਿਆ ਤੇ ਸਮਾਨ ਡੁੱਲ ਗਿਆ ਖਾਣ ਦਾ। ਪਰ ਇਹਦੇ ਨਾਲ ਹੀ ਦਿਮਾਗ ਨੂੰ ਝਟਕਾ ਵੱਜਿਆ ਤੇ ਅੱਖਾਂ ਖੁੱਲ੍ਹ ਗਈਆਂ। ਅੱਖਾਂ ਖੁੱਲ੍ਹੀਆਂ ਤੇ ਘਰੇ ਬੈਡਰੂਮ ਤੇ ਪਿਆ, ਕੋਈ ਸਤਨਾਮ ਸੀ, ਆਪਣੇ ਘਰ ਵਿੱਚ ਪਿਆ।
ਹੈਰਾਨ ਹੋ ਗਿਆ ਵੀ ਰਾਜੇ ਨੂੰ ਇਦਾਂ ਦਾ ਸੁਪਨਾ ਕਿਉਂ ਆਇਆ। ਉਹ ਹਾਲ ਸਾਡਾ ਸਾਰਿਆਂ ਦਾ ਹੈ। ਉਹਨੂੰ ਤਾਂ ਇੱਕ ਸੁਪਨਾ ਆਇਆ ਸੀ, ਸੁੱਤੇ ਪਏ ਨੂੰ ਅਸੀਂ ਜਾਗਦੇ ਹੋਏ ਸੁਪਨੇ 'ਚ ਫਿਰਦੇ ਹਾਂ। ਜਾਗਦੇ ਹੋਏ ਅਸੀਂ ਅਸਲੀਅਤ ਨੂੰ ਨਾ ਜਾਣਨ ਕਰਕੇ ਭਟਕ ਰਹੇ ਹਾਂ। ਬਾਬਾ ਜੀ ਕਹਿੰਦੇ ਸਹਿਜ ਸਲਾਹੀ ਸਦਾ ਸਦਾ, ਸਹਿਜੇ ਸਹਿਜੇ ਪਰਮੇਸ਼ਰ ਦੀ ਸਿਫਤ ਸਲਾਹ ਕਰੋ। ਸਹਿਜ ਸਮਾਧ ਲਗਾਏ, ਸਹਿਜੇ ਸਹਿਜੇ ਸਮਾਧੀ ਲਾਉਣੀ ਕਰੋ, ਪਰਮੇਸ਼ਰ ਨਾਲ ਜੁੜਨਾ ਕਰੋ। ਸਹਿਜੇ ਹੀ ਗੁਣ ਉਚਰੈ, ਹੌਲੀ ਹੌਲੀ ਉਹਦੇ ਗੁਣਾਂ ਦਾ ਵਰਣਨ ਕਰੋ। ਜਿਵੇਂ ਜਾਪ ਸਾਹਿਬ ਦੇ ਵਿੱਚ ਵਰਣਨ ਕੀਤਾ ਗਿਆ ਉਹਦੇ ਗੁਣਾਂ ਦਾ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ। 199 ਪਦ ਲਿਖ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਦੇ ਵਿੱਚ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਆ। ਉਹਦੇ ਗੁਣ ਗਾਏ ਹਨ। ਕਹਿੰਦੇ ਇਹਨਾਂ ਗੁਣਾਂ ਨੂੰ ਸਹਿਜੇ ਸਹਿਜੇ ਗਾਓ, ਸਹਿਜੇ ਸਹਿਜੇ ਆਪਣੇ ਅੰਦਰ ਜਾਣਾ ਕਰੋ। ਕਿਉਂਕਿ ਅਸੀਂ ਜਨਮਾਂ ਜਨਮਾਂਤਰਾਂ ਦੇ ਘਰੋਂ ਬਾਹਰ ਨਿਕਲੇ ਹੋਏ ਹਾਂ। ਸਾਡੀ ਸੁਰਤ ਬਾਹਰ ਨਿਕਲੀ ਹੋਈ ਹੈ, ਵਾਪਸ ਘਰੇ ਨਹੀਂ ਗਈ। ਸੁਰਤ ਦੇ ਭਟਕਣ ਕਰਕੇ ਬਾਬਾ ਜੀ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲੇ ਦੇਹ ਸੰਜਰੀਆ। ਜਨਮਾਂ ਜਨਮਾਂਤਰਾਂ ਦਾ ਆਪਣੇ ਘਰੋਂ ਨਿਕਲਿਆ ਹੋਇਆ, ਵਾਪਸ ਘਰੇ ਨਹੀਂ ਗਿਆ। ਭਾਵ ਮਿੱਟੀ ਦੇ ਘਰਾਂ ਤੋਂ ਨਹੀਂ ਹੈ, ਕੋਠੀਆਂ ਮਹਿਲਾਂ ਤੋਂ ਨਹੀਂ ਹੈ। ਭਾਵ ਆਪਣੇ ਆਪੇ ਚੋਂ ਬਾਹਰ ਨਿਕਲ ਗਿਆ। ਮਨੁੱਖ ਤੇ ਬਾਹਰ ਦੇਖਦਾ ਫਿਰਦਾ, ਬਾਹਰੋਂ ਲੱਭਦਾ ਫਿਰਦਾ, ਬਾਹਰੋਂ ਹੀ ਸੁੱਖ ਭਾਲਦਾ ਹੈ, ਬਾਹਰਲੇ ਦੁੱਖਾਂ ਤੋਂ ਡਰਦਾ ਤੇ ਆਪਣੇ ਅੰਦਰਲੇ ਸੁੱਖ ਦੇ ਬਾਰੇ ਇਹਨੂੰ ਗਿਆਨ ਨਹੀਂ। ਇਸ ਕਰਕੇ ਬਾਬਾ ਜੀ ਕਹਿੰਦੇ ਅੰਦਰ ਜਾ, ਸਹਿਜੇ ਸਹਿਜੇ ਉਹਦੀ ਸਿਫਤ ਕਰਿਆ ਕਰ, ਸਹਿਜੇ ਸਹਿਜੇ ਸਮਾਧੀ ਲਾ ਕੇ ਆਪਣੇ ਅੰਦਰ ਜਾਣਾ ਕਰ। ਸਹਿਜੇ ਹੀ ਗੁਣ ਉਚਰੈ, ਹੌਲੀ ਹੌਲੀ ਸਹਿਜ ਨਾਲ ਉਹਦੇ ਗੁਣਾਂ ਨੂੰ ਗਾਉਣਾ ਕਰ। ਸਹਿਜ ਦੇ ਦੋ ਅਰਥ ਹੈ। ਪਹਿਲਾਂ ਬੇਨਤੀ ਕੀਤੀ ਕਿ ਸਹਿਜ ਭਾਵ ਹੌਲੀ ਹੌਲੀ, ਸਹਿਜ ਦਾ ਦੂਸਰਾ ਭਾਵ ਹੈ ਗਿਆਨ ਨਾਲ। ਜਿੰਨਾ ਚਿਰ ਸਾਨੂੰ ਗਾਉਣ ਦਾ ਗਿਆਨ ਨਹੀਂ, ਓਨਾ ਚਿਰ ਵੀ ਅਸੀਂ ਗਾ ਨਹੀਂ ਸਕਦੇ। ਤੇ ਗਿਆਨ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ। ਪਾਤਸ਼ਾਹ ਕਹਿੰਦੇ ਸਹਿਜੇ ਹੀ ਗੁਣ ਉਚਰੈ, ਉਸ ਗਿਆਨ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਓ। ਕਿਸੇ ਚੀਜ਼ ਦੀ ਵੀ ਆਪਾਂ ਜੇ ਸਿਫਤ ਕਰਦੇ ਹਾਂ ਉਦੋਂ ਜਦੋਂ ਉਹਦੇ ਬਾਰੇ ਜਾਣਕਾਰੀ ਹੋਵੇ ਪੂਰੀ। ਕਿਸੇ ਮਨੁੱਖ ਦੀ ਵੀ ਸਿਫਤ ਤਾਂ ਕਰੀਦੀ ਆ ਜੇ ਉਹਦੇ ਬਾਰੇ ਜਾਣਕਾਰੀ ਹੋਵੇ। ਇਸੇ ਤਰ੍ਹਾਂ ਪਰਮੇਸ਼ਰ ਦੇ ਬਾਰੇ ਜਦੋਂ ਮਨੁੱਖ ਨੂੰ ਜਾਣਕਾਰੀ ਹੋਈ ਜਾਂ ਗੁਰੂ ਬਾਰੇ ਪੂਰਾ ਗਿਆਨ ਹੋਇਆ ਵੀ ਮੇਰੇ ਗੁਰੂ 'ਚ ਇੰਨੀ ਤਾਕਤ ਹੈ, ਫਿਰ ਸਾਡੇ ਮੂੰਹ 'ਚੋਂ ਵਾਹ ਵਾਹ ਨਿਕਲਦਾ, ਉਹਦੀ ਸਿਫਤ ਨਿਕਲਦੀ ਆ, ਉਹਦੇ ਗੁਣ ਗਾਉਂਦੇ ਹਾਂ। ਬਈ ਕਮਾਲ ਦੀ ਗੱਲ ਹੈ। ਕਲੰਗੀਆਂ ਵਾਲੇ ਪਾਤਸ਼ਾਹ ਕਿਤਨੀਆਂ ਤਾਕਤਾਂ ਦੇ ਮਾਲਕ ਹੈ, ਕਿਤਨੀਆਂ ਸ਼ਕਤੀਆਂ ਦੇ ਮਾਲਕ ਹੈ। ਜਦੋਂ ਸਾਨੂੰ ਇਹਨਾਂ ਚੀਜ਼ਾਂ ਦਾ ਗਿਆਨ ਹੋ ਜਾਂਦਾ ਫਿਰ ਹੀ ਅਸੀਂ ਉਹਦੇ ਗੁਣ ਗਾਉਂਦੇ ਹਾਂ। ਤੋ ਸਹਿਜੇ ਹੀ ਭਾਵ ਸ਼ਾਂਤੀ ਨਾਲ ਗਿਆਨ ਲੈ ਕਰਕੇ ਉਹਦੇ ਗੁਣਾਂ ਨੂੰ ਉਚਾਰਨ ਕਰੋ। ਭਗਤ ਕਰੇ ਲਿਵਲਾਏ, ਔਰ ਧਿਆਨ ਜੋੜ ਕਰਕੇ ਉਸ ਨੂੰ ਯਾਦ ਕਰੋ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਇਸ ਤਰ੍ਹਾਂ ਧਿਆਨ ਲਾ ਕਰਕੇ ਧੁਨ ਮੈਂ ਧਿਆਨ ਜਿਹੜਾ ਵਾਹਿਗੁਰੂ ਕਹਿ ਰਹੇ ਆ, ਇਸੇ ਵਾਹਿਗੁਰੂ ਨੂੰ ਸੁਣਨਾ ਵੀ ਆ। ਆਪਣੀ ਹੀ ਜੀਭਾਂ ਨਾਲ ਉਚਾਰਨ ਕਰਕੇ ਆਪਣੇ ਹੀ ਕੰਨਾਂ ਨਾਲ ਸੁਣਨਾ। ਜਦੋਂ ਤੁਸੀਂ ਸੁਣ ਤੇ ਧਿਆਨ ਦਿਓਗੇ ਆਟੋਮੈਟਿਕੀ ਅੱਖਾਂ ਵੀ ਨੀਵੀਆਂ ਹੋ ਜਾਣੀਆਂ। ਜਿੰਨਾ ਚਿਰ ਮਨੋਂ ਗਾ ਤਾਂ ਰਿਹਾ ਪਰ ਸੁਣ ਨਹੀਂ ਰਿਹਾ ਵੀ ਕੀ ਗਾ ਰਿਹਾ। ਕਈ ਵਾਰੀ ਨਿਤਨੇਮ ਕਰਦੇ ਆ ਵੀ ਮਨੁੱਖ ਬਾਣੀ ਗਾ ਤਾਂ ਰਿਹਾ, ਜਪਜੀ ਸਾਹਿਬ ਜਾਪ ਸਾਹਿਬ ਗਾ ਰਿਹਾ, ਪਰ ਕਹਿੰਦੇ ਪਤਾ ਉਦੋਂ ਹੀ ਲੱਗਦਾ ਜਦੋਂ ਭੋਗ ਤੇ ਪਹੁੰਚ ਜਾਂਦਾ ਹੈ, ਜਦੋਂ ਪਾਠ ਦੀ ਸਮਾਪਤੀ ਹੋ ਜਾਂਦੀ ਹੈ,
ਜਪਜੀ ਸਾਹਿਬ ਸ਼ੁਰੂ ਕੀਤਾ ਉਦੋਂ ਵੀ ਧਿਆਨ ਸੀਗਾ ਮੈਂ ਪਾਠ ਸ਼ੁਰੂ ਕਰਨ ਲੱਗਿਆ, ਤੇ ਵਿਚਾਲੇ ਸੁਣਨਾ ਬੰਦ ਕਰਕੇ ਇਹ ਪਤਾ ਨਹੀਂ ਕਿੱਧਰ ਚਲਿਆ ਗਿਆ। ਪਤਾ ਉਦੋਂ ਲੱਗਿਆ ਜਦੋਂ ਸ਼ਲੋਕ ਤੇ ਪਹੁੰਚ ਗਿਆ। ਧਿਆਨ ਫਿਰ ਮੁੜ ਕੇ ਉੱਥੇ ਆਇਆ ਜਦੋਂ ਵੀ ਹੈ ਪਾਠ ਪੂਰਾ ਹੋ ਵੀ ਗਿਆ, ਪਤਾ ਹੀ ਨਹੀਂ ਲੱਗਿਆ ਯਾਰ। ਮਤਲਬ ਕਿ ਜੋ ਗਾਉਣਾ ਹੈ ਉਹਨੂੰ ਸੁਣਨਾ ਵੀ ਹੈ। ਜਦ ਸੁਣ ਤੇ ਧਿਆਨ ਦਿਓਗੇ ਤੇ ਉਸ ਦੇ ਉੱਤੇ ਆਟੋਮੈਟਿਕਲੀ ਤੁਹਾਡਾ ਧਿਆਨ ਇਕੱਠਾ ਹੋ ਜਾਵੇਗਾ। ਧੁਨ ਮਹਿ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਇਸ ਨੂੰ ਧਿਆਨ ਦੇ ਨਾਲ ਸੁਣਨਾ ਜਾਂ ਗਾਉਣਾ ਕੀਤਾ ਉਹਨਾਂ ਨੂੰ ਗਿਆਨ ਹੋਇਆ। ਆ ਸਕੂਲ 'ਚ ਪੜ੍ਹਨ ਵਾਲੇ ਬੱਚੇ ਵੀ ਪੂਰੇ ਧਿਆਨ ਦੇ ਨਾਲ ਕਿਤਾਬ ਦੇ ਸਵਾਲਾਂ ਜਵਾਬਾਂ ਨੂੰ ਪੜ੍ਹਦੇ ਆ ਤਾਂ ਉਹ ਪਾਸ ਹੋ ਜਾਂਦੇ ਆ। ਜਿਹੜੇ ਧਿਆਨ ਨਾਲ ਨਹੀਂ ਪੜ੍ਹਦੇ, ਧਿਆਨ ਕਿਤੇ ਹੋਰ ਹੈ, ਪੜ੍ਹਦੇ ਕਿਤੇ ਹੋਰ ਹੈ, ਉਹ ਕਦੇ ਪਾਸ ਨਹੀਂ ਹੁੰਦੇ। ਇਹੀ ਹਾਲ ਸਾਡਾ ਵੀ ਹੈ ਧਰਮ ਦੀ ਵਿੱਦਿਆ ਦਾ। ਇਸ ਕਰਕੇ ਸਹਿਜੇ ਹੀ ਗੁਣ ਉਚਰੈ ਭਗਤ ਕਰੇ ਲਿਵ ਲਾਏ। ਸ਼ਬਦੈ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ। ਉਹ ਸ਼ਬਦ ਜੋ ਗੁਰੂ ਕੋਲੋਂ ਸਾਨੂੰ ਪ੍ਰਾਪਤ ਹੋਇਆ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਲ, ਜੋ ਗੁਰੂ ਦੇ ਕੋਲੋਂ ਸ਼ਬਦ ਸਾਨੂੰ ਮਿਲਦਾ ਹੈ ਉਹ ਸ਼ਬਦ ਦੇ ਰਾਹੀਂ ਸਹਿਜ ਅਵਸਥਾ ਬਣਨੀ ਹੈ। ਉਹ ਸ਼ਬਦ ਨੂੰ ਉਚਾਰਨਾ ਹੈ, ਸੁਣਨਾ ਹੈ ਅਤੇ ਧਿਆਨ ਦੇਣਾ ਹੈ। ਪ੍ਰੀਤਮ ਜੀ ਕਹਿੰਦੇ ਸ਼ਬਦ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ। ਸਹਿਜੇ ਕਾਲ ਵਿਡਾਰਿਆ ਸਸਰ ਨਾਈ ਪਾਏ। ਤੇ ਸਹਿਜੇ ਕਾਲ ਭਾਵ ਮੌਤ ਨੂੰ ਭਜਾਇਆ ਜਾ ਸਕਦਾ। ਸਹਿਜੇ ਹੀ ਇਸ ਮੌਤ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਇਸ ਨੂੰ ਨਾਮ ਦੇ ਨਾਲ ਨਾਮ ਜਪ ਕੇ ਹੀ ਭਜਾਇਆ ਜਾ ਸਕਦਾ। ਸਹਿਜੇ ਕਾਲ ਵਿਡਾਰਿਆ ਸਾਸਰ ਨਾਈ ਪਾਏ। ਜਦੋਂ ਅਕਾਲ ਪੁਰਖ ਦੀ ਸ਼ਰਨ ਲੈ ਲਈ ਗਿਆਨ ਦੇ ਨਾਲ ਕਾਲ ਨੂੰ ਭਾਵ ਮੌਤ ਨੂੰ ਵੀ ਕੱਟਿਆ ਜਾ ਸਕਦਾ। ਕਿਉਂ ਗੁਰੂ ਕੋਲ ਗਿਆਨ ਮਿਲ ਗਿਆ, ਉਹ ਸ਼ਬਦ ਦਾ ਅਸੀਂ ਅਭਿਆਸ ਸ਼ੁਰੂ ਕਰਤਾ। ਅੰਤ ਵੇਲੇ ਜਦ ਮੌਤ ਆਉਂਦੀ ਹੈ ਉਸ ਵੇਲੇ ਮਨੁੱਖ ਉਹ ਸ਼ਬਦ ਨਾਲ ਅਗਰ ਜੁੜਿਆ ਹੁੰਦਾ ਤਾਂ ਏਕ ਚੀਤ ਜੇ ਇੱਕ ਛਿਣ ਧਿਆਇਓ ਕਾਲ ਫਾਸ ਕੇ बीच न आयो। सहजे काल विडारिया सासर नाई पाए। ਜਦੋਂ ਮਾਲਕ ਦੀ ਸ਼ਰਨ ਲੈ ਲਈ ਸੁਰਤ ਕਰਕੇ ਜੀਵ ਨੇ ਤੇ ਸਰੀਰ ਨੂੰ ਛੱਡਦਿਆਂ ਹੀ ਸਾਡੀ ਜੀਵ ਆਤਮਾ ਜਿਹੜੀ ਹੈ ਉਹ ਪਰਮੇਸ਼ਰ ਦੇ ਵਿੱਚ ਮਿਲ ਜਾਂਦੀ ਹੈ। ਬਾਬਾ ਜੀ ਕਹਿੰਦੇ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ। ਦੂਸਰਾ ਸਹਿਜ ਅਵਸਥਾ ਸੱਚ ਨਾਲ ਜੁੜ ਕੇ ਵੀ ਆਉਂਦੀ ਹੈ, ਝੂਠ ਨਾਲ ਜੁੜ ਕੇ ਨਹੀਂ ਆਉਂਦੀ। ਸਾਡੀ ਕਿਰਤ ਵੀ ਸੱਚੀ ਸੁੱਚੀ ਹੋਵੇ ਤਾਂ ਵੀ ਸਾਡਾ ਮਨ ਭਟਕਦਾ ਨਹੀਂ। ਸੱਚੀ ਸੁੱਚੀ ਕਿਰਤ ਜਿਹੜੀ ਹੈ ਇਹ ਵੀ ਸ਼ਾਂਤੀ ਦਿੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ। ਸੇ ਵਡ ਭਾਗੀ ਜਿਨੀ ਪਾਇਆ ਸਹਿਜੇ ਰਹੇ ਸਮਾਏ। ਉਹ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੇ ਇਹ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲਿਆ ਤੇ ਅਖੀਰ ਉਹ ਸਰੀਰ ਨੂੰ ਛੱਡਣ ਲੱਗੇ ਇਸੇ ਸਹਿਜ ਅਵਸਥਾ ਦੇ ਵਿੱਚ ਹੀ ਸਮਾ ਜਾਂਦੇ ਹੈ। ਸਹਿਜੇ ਨੋ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ। ਤੀਜੇ ਪਾਤਸ਼ਾਹ ਜੀ ਕਹਿੰਦੇ ਸਹਿਜ ਨੂੰ ਲੱਭਦੇ ਤਾਂ ਭਾਵੇਂ ਸਾਰੇ ਫਿਰਦੇ ਆ ਪਰ ਗੁਰੂ ਦੀ ਕਿਰਪਾ ਤੋਂ ਬਗੈਰ ਪ੍ਰਾਪਤੀ ਨਹੀਂ ਹੁੰਦੀ। ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਸਹਿਜ ਅਵਸਥਾ ਬਣਦੀ ਆ। ਸਹਿਜ ਅਵਸਥਾ ਗਿਆਨ ਨਾਲ ਬਣਦੀ ਆ। ਗੁਰੂ ਦੀ ਕਿਰਪਾ ਨਾਲ ਗਿਆਨ ਹੁੰਦਾ ਹੈ ਤੇ ਗਿਆਨ ਦੇ ਨਾਲ ਸੋਝੀ ਆਉਂਦੀ ਹੈ, ਸੋਝੀ ਨਾਲ ਸਹਿਜ ਅਵਸਥਾ ਬਣਦੀ ਆ। ਮੇਰੇ ਪ੍ਰੀਤਮ ਜੀ ਕਹਿੰਦੇ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ। ਸੇ ਵਡ ਭਾਗੀ ਜਿਨੀ ਪਾਇਆ। ਉਹ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੇ ਗੁਰੂ ਕੋਲੋਂ ਗਿਆਨ ਪ੍ਰਾਪਤ ਕਰ ਲਿਆ।
ਸਹਿਜੇ ਰਹੇ ਸਮਾਏ, ਤੇ ਉਹ ਸਹਿਜੇ ਹੀ ਹਰੀ ਦੇ ਵਿੱਚ ਸਮਾ ਗਏ। ਮਾਇਆ ਵਿੱਚ ਸਹਿਜ ਨਾ ਉਪਜੈ, ਮਾਇਆ ਦੂਜੈ ਪਾਏ। ਤੇ ਜਿਹੜੀ ਮਾਇਆ ਹੈ ਇਹ ਜੀਵ ਨੂੰ ਭਟਕਾਉਂਦੀ ਹੈ, ਭਟਕਣਾ ਵਿੱਚ ਪਾਉਂਦੀ ਆ। ਮਾਇਆ ਜਿਹੜੀ ਆ ਦੂਜੇ ਭਾਏ, ਮਾਲਕ ਨਾਲੋਂ ਤੋੜ ਕੇ ਆਪਦੇ ਨਾਲ ਜੋੜਦੀ ਆ, ਜੀਵ ਨੂੰ ਦਵੈਤ ਭਾਵਨਾ ਵਿੱਚ ਭੇਜ ਦਿੰਦੀ ਆ। ਦੂਜੇ ਭਾਏ ਜੀਵ ਦਾ ਪਿਆਰ ਹੈ ਜਿਹੜਾ, ਉਹ ਮਾਲਕ ਨੂੰ ਛੱਡ ਕੇ ਸੰਸਾਰ ਦੀ ਮਾਇਆ ਵਿੱਚ ਲੱਗ ਜਾਂਦਾ। ਇਸ ਕਰਕੇ ਮਾਇਆ ਜੀਵ ਨੂੰ ਭਟਕਾਉਂਦੀ ਆ। ਦੱਸਦੇ ਆ ਦੋ ਸਾਧੂ ਤੁਰੇ ਜਾ ਰਹੇ ਐ, ਗੁਰੂ ਚੇਲਾ। ਸਾਧੂਆਂ ਕੋਲੇ ਬਗਲੀਆਂ ਹੁੰਦੀਆਂ, ਬੜੀ ਸ਼ਾਂਤੀ ਨਾਲ ਤੁਰੇ ਜਾ ਰਹੇ ਸੀ। ਜਦੋਂ ਇਹ ਤੁਰੇ ਜਾ ਰਹੇ ਸੀ ਤਾਂ ਰਸਤੇ ਵਿੱਚ ਸਾਧੂ ਨੂੰ ਕਹਿੰਦੇ ਕਿਤੋਂ ਕੋਈ ਸੋਨੇ ਦੀ ਵਸਤੂ ਮਿਲ ਗਈ। ਸੋਨੇ ਦੀ ਇੱਟ ਕਹਿ ਦਿਓ, ਸੋਨੇ ਦੀ ਡਲੀ ਕਹਿ ਦਿਓ, ਸੋਨੇ ਦੇ ਗਹਿਣੇ ਕਹਿ ਦਿਓ, ਕਿਤੇ ਮਿਲ ਗਏ। ਉਹ ਮਾਇਆ ਹੁਣ ਉਹ ਸੋਨਾ ਚੱਕ ਕੇ ਉਹਨੇ ਆਪਣੀ ਬਗਲੀ ਆਪਣੀ ਝੋਲੀ ਵਿੱਚ ਪਾ ਲਿਆ। ਤੁਰਿਆ ਜਾ ਰਿਹਾ ਹੈ ਤੇ ਹੁਣ ਬਾਰ-ਬਾਰ ਚੇਲੇ ਨੂੰ ਕਹਿੰਦਾ, ਬਗੇ ਆ ਯਾਰ, ਛੇਤੀ ਛੇਤੀ ਪਿੰਡ ਦੇ ਨੇੜੇ ਪਹੁੰਚੀਏ। ਉਹ ਚੇਲਾ ਹੈਰਾਨ ਹੋ ਗਿਆ ਵੀ ਬਾਬੇ ਨੇ ਕਦੇ ਕਾਹਲੀ ਨਹੀਂ ਕੀਤੀ, ਅੱਜ ਕੀ ਹੋ ਗਿਆ? ਆ ਹੁਣੇ ਥੋੜਾ ਚਿਰ ਪਹਿਲਾਂ ਉੱਥੇ ਰੁਕੇ ਸੀਗੇ, ਉਸ ਤੋਂ ਬਾਅਦ ਇਹ ਬੜੀ ਕਾਹਲੀ ਕਰਨ ਲੱਗ ਪਿਆ। ਇਹਦੀ ਸਹਿਜ ਅਵਸਥਾ ਖਤਮ ਹੋ ਗਈ। ਪਹਿਲਾਂ ਆਰਾਮ ਦੇ ਨਾਲ ਤੁਰੇ ਆਉਂਦੇ ਸੀ, ਹੁਣ ਇਹਨੂੰ ਕੀ ਖਤਰਾ ਪੈਦਾ ਹੋ ਗਿਆ? ਕਹਿੰਦਾ ਛੇਤੀ ਛੇਤੀ ਤੁਰਿਆ, ਹਨੇਰਾ ਹੋਈ ਜਾਂਦਾ। ਤਾਂ ਥੋੜੀ ਦੂਰ ਜਾ ਕੇ ਉਹਨਾਂ ਨੇ ਆਪਣੀਆਂ ਝੋਲੀਆਂ ਬਗਲੀਆਂ ਰੱਖੀਆਂ ਤੇ ਸਾਧੂ ਕਹਿਣ ਲੱਗਿਆ, ਮੈਂ ਥੋੜਾ ਬਾਥਰੂਮ ਜਾ ਆਵਾਂ, ਇੱਥੇ ਰੁਕੀ ਝੋਲੇ ਕੋਲੇ। ਚੇਲੇ ਨੂੰ ਝੋਲੇ ਕੋਲੇ ਖੜਾ ਗਿਆ। ਚੇਲੇ ਨੇ ਝੋਲਾ ਦੇਖਿਆ ਤਾਂ ਕੀ ਵੇਖਦਾ, ਉਹਦੇ ਵਿੱਚ ਸੋਨੇ ਦਾ ਵਜਨ ਹੈ, ਸੋਨੇ ਦੀ ਇੱਟ ਹੈ ਉਹਦੇ ਵਿੱਚ। ਉਹ ਦੇਖ ਕਰਕੇ ਉਹਨੇ ਸੋਚਿਆ ਵੀ ਆਹੀ ਭਟਕਣਾ ਦਾ ਕਾਰਨ ਹੈ, ਇਹ ਰਸਤੇ ਵਿੱਚੋਂ ਕਿਤੇ ਮਿਲ ਗਈ। ਹੁਣ ਇਸ ਨੂੰ ਚੋਰੀ ਹੋਣ ਦਾ ਜਿਹੜਾ ਖਤਰਾ ਹੈ ਜਾਂ ਖੋਹੇ ਜਾਣ ਦਾ ਜਿਹੜਾ ਖਤਰਾ ਹੈ, ਇਹਨੇ ਸਹਿਜ ਅਵਸਥਾ ਖਤਮ ਕਰ ਦਿੱਤੀ। ਔਰ ਕੀ ਹੋਇਆ ਫਿਰ? ਉਹ ਚੇਲੇ ਨੇ ਉਹਦੇ ਵਿੱਚੋਂ ਕਹਿੰਦੇ ਇੱਟ ਤਾਂ ਕੱਢ ਕੇ ਨੜੀ ਤੇ ਵਗਾ ਮਾਰੀ ਤੇ ਉਹਦੇ ਵਿੱਚ ਮਿੱਟੀ ਦੀ ਇੱਟ ਪਾ ਦਿੱਤੀ। ਸਾਧੂ ਵਾਪਸ ਆਇਆ, ਝੋਲੇ ਚੱਕਿਆ, ਤੁਰ ਪਿਆ। ਚੇਲੇ ਨੂੰ ਫੇਰ ਕਹਿਣਾ ਹੈ, ਬਗੇ ਆ ਯਾਰ, ਹਨੇਰਾ ਹੋਈ ਜਾਂਦਾ ਹੈ, ਆਪਾਂ ਛੇਤੀ ਪਿੰਡ ਦੇ ਲਵੇ ਲੱਗੀਏ। ਚੇਲਾ ਕਹਿੰਦਾ, ਬਾਬਾ ਜੀ ਕੀ ਹੋ ਗਿਆ? ਤੁਸੀਂ ਤਾਂ ਆਰਾਮ ਨਾਲ ਜਾ ਰਹੇ ਸੀ, ਤੁਹਾਨੂੰ ਤਾਂ ਕੋਈ ਫਿਕਰ ਨਹੀਂ ਸੀ ਕਿਸੇ ਦਾ, ਅੱਜ ਕੀ ਹੋ ਗਿਆ? ਕਹਿੰਦੇ ਬਸ ਐਸੀ ਗੱਲ ਹੈ, ਤੂੰ ਵਗਿਆ। ਕਹਿੰਦੇ ਫਿਰ ਵੀ? ਉਹ ਚੇਲਾ ਕਹਿੰਦਾ, ਜਿਸ ਦੇ ਕਰਕੇ ਤੁਸੀਂ ਇਹ ਸਹਿਜ ਛੱਡ ਦਿੱਤਾ ਹੈ, ਕਾਲੇ ਹੋ ਗਏ ਹੋ, ਮੈਨੂੰ ਲੱਗਦਾ ਤੁਹਾਡੇ ਝੋਲੇ 'ਚ ਕੋਈ ਕੀਮਤੀ ਚੀਜ਼ ਲੱਗਦੀ ਆ। ਕਹਿੰਦਾ ਹਾਂ, ਮੈਨੂੰ ਉੱਥੋਂ ਸੋਨੇ ਦਾ ਡਲਾ ਲੱਭਿਆ। ਕਹਿੰਦੇ ਵਿਖਾ ਤਾਂ। ਜਦੋਂ ਕਹਿੰਦੇ ਝੋਲਾ ਖੋਲ ਕੇ ਉਹਨੂੰ ਵਿਖਾਉਣ ਲੱਗਿਆ ਤੇ ਉਹਦੇ ਵਿੱਚੋਂ ਡਲਾ ਜਿਹੜਾ ਹੈ ਉਹ ਮਿੱਟੀ ਦਾ ਨਿਕਲਿਆ। ਚੇਲਾ ਕਹਿੰਦਾ ਇਹ ਤਾਂ ਇੱਟ ਹੈ। ਚੇਲੇ ਨੂੰ ਪਤਾ ਸੀ, ਉਹਨੇ ਕੱਢ ਕੇ ਵਿੱਚੋਂ ਪਰੇ ਸਿੱਟ ਦਿੱਤੀ। ਕਹਿੰਦਾ ਇਹ ਤਾਂ ਡਲਾ ਹੈ, ਇੱਟ ਹੈ। ਉਹੀ ਸਾਰ ਜਿਹੜਾ ਬੜੀ ਕਾਹਲੀ ਕਰਦਾ ਸੀ ਉਹ ਫੇਰ ਸਹਿਜ ਵਿੱਚ ਹੋ ਗਿਆ। ਫਿਰ ਕਿਉਂਕਿ ਜਦੋਂ ਕੋਲੇ ਕੋਈ ਚੀਜ਼ ਨਹੀਂ, ਫਿਰ ਕੌਣ ਚੋਰ ਤੇ ਕੌਣ ਲਟੇਰਾ ਪੈਣਾ ਸਾਨੂੰ? ਕੀ ਸਾਡੇ ਖੋਲੂਗਾ, ਕੀ ਸਾਡੇ ਕੋਲੇ ਹੈਗਾ? ਇਸ ਕਰਕੇ ਇਹ ਜਿਹੜੀ ਚਾਣਚੱਕ ਆਈ ਮਾਇਆ, ਇਹ ਵੀ ਬੰਦੇ ਨੂੰ ਭਟਕਾ ਦਿੰਦੀ ਹੈ। ਮਾਇਆ ਵਿੱਚ ਸਹਿਜ ਨ ਉਪਜੈ, ਮਾਇਆ ਦੂਜੇ ਭਾਏ, ਮਨਮੁ ਕਰਮ ਕਮਾਵਨੇ, ਹਉਮੈ ਜਲੈ ਜਲਾਏ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ। ਹੁਣ ਮਾਇਆ ਦੇ ਕਾਰਨ ਮਨੁੱਖ ਦੀ ਸਮਾਧੀ ਵੀ ਨਹੀਂ ਲੱਗਦੀ, ਲਿਵ ਵੀ ਨਹੀਂ ਲੱਗਦੀ, ਧਿਆਨ ਵੀ ਨਹੀਂ ਜੁੜਦਾ। ਇਸ ਮਾਇਆ ਦੀ ਭਟਕਣਾ ਹੈ। ਪਰਮੇਸ਼ਰ ਨੇ ਦੋ ਟੀਮਾਂ ਬਣਾਤੀਆਂ, ਇੱਕ ਪਾਸੇ ਜੀਵ ਆਤਮਾ ਤੇ ਇੱਕ ਪਾਸੇ ਮਾਇਆ। ਔਰ ਇਸ ਮਾਇਆ ਦਾ ਪ੍ਰਭਾਵ ਵੀ ਪਾ ਕੇ ਦੇਖਦਾ। ਕਈ ਬਿਰਲੇ ਬਚ ਜਾਂਦੇ ਆ, ਬਹੁਤੇ ਇਹਦੇ ਥੱਲੇ ਆ ਜਾਂਦੇ ਆ।
ਜਿਵੇਂ ਕਬੀਰ ਸਾਹਿਬ ਜੀ ਕਹਿੰਦੇ, ਇਸ ਮਾਇਆ ਨੇ ਵੀ ਮੈਨੂੰ ਕਈ ਵਾਰੀ ਪਰਮੇਸ਼ਰ ਦੇ ਚਰਨਾਂ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਹੈ ਮਾਲਕਾ, ਇਸ ਮਾਇਆ ਨੇ ਮੈਨੂੰ ਤੇਰੇ ਚਰਨਾਂ ਨਾਲੋਂ ਦੂਰ ਕਰ ਦਿੱਤਾ। ਤੋ ਤੀਸਰੇ ਪਾਤਸ਼ਾਹ ਜੀ ਇਹੀ ਗੱਲ ਕਹਿ ਰਹੇ ਹਨ ਕਿ ਮਾਇਆ ਦੇ ਵਿੱਚ ਆ ਕੇ ਮਨੁੱਖ ਦੇ ਅੰਦਰੋਂ ਜਿਹੜਾ ਹੈ ਧਿਆਨ ਟੁੱਟ ਜਾਂਦਾ ਹੈ। ਮਾਇਆ ਵਿੱਚ ਸਹਿਜ ਨ ਉਪਜੈ, ਮਾਇਆ ਦੂਜੈ ਭਾਏ। ਮਨਮੁਖ ਕਰਮ ਕਮਾਵਨੇ, ਹਉਮੈ ਜਲੈ ਜਲਾਏ। ਜੰਮਣ ਮਰਨ ਨ ਚੁੱਕਈ, ਫਿਰ ਫਿਰ ਆਵੇ ਜਾਏ। ਇਹ ਮਾਇਆ ਹੀ ਮਨੁੱਖ ਨੂੰ ਜੰਮਣ ਮਰਨ ਵਿੱਚ ਲੈ ਕੇ ਜਾਂਦੀ ਹੈ। ਜਿਵੇਂ ਚਾਰ ਉਦਾਹਰਨਾਂ ਭਗਤ ਲੋਚਨ ਜੀ ਦੀਆਂ ਸਤਿਗੁਰਾਂ ਨੇ ਦਿੱਤੀਆਂ। ਅੰਤ ਕਾਲ ਜੇ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ। ਸਰਪ ਜੋਨ ਬਲ ਬਲ ਅਵਤਰੇ। ਮਾਇਆ ਦੇ ਧਿਆਨ ਨੇ ਹੀ ਮਨੁੱਖ ਨੂੰ ਸੱਪ ਦੀ ਜੂਨ ਵਿੱਚ ਭੇਜ ਦਿੱਤਾ। ਤੇ ਭਗਤ ਜੀ ਕਹਿੰਦੇ, ਅਰੀ ਭਾਈ ਗੋਬਿੰਦ ਨਾ ਮਤ ਵਿਸਰੇ, ਸਾਨੂੰ ਮਾਲਕ ਨੂੰ ਯਾਦ ਰੱਖਣਾ ਚਾਹੀਦਾ। ਤੋ ਇਸ ਤਰ੍ਹਾਂ ਇਹ ਮਾਇਆ ਜਿਹੜੀ ਹੈ ਮਾਲਕ ਤੋਂ ਦੂਰ ਕਰਦੀ ਹੈ। ਕਬੀਰ ਸਾਹਿਬ ਜੀ ਕਹਿੰਦੇ, ਕਬੀਰਾ ਆਈ ਮੁਝਹਿ ਪੈ, ਅਨਕ ਕਰੇ ਕਰ ਭੇਸ। ਹਮ ਰਾਖੇ ਗੁਰ ਆਪਣੇ, ਉਨ ਕੀਨੋ ਆਦੇਸ। ਮੈਨੂੰ ਮੇਰੇ ਗੁਰੂ ਨੇ ਬਚਾ ਲਿਆ, ਮੈਂ ਤਾਂ ਦੂਰੋਂ ਹੀ ਮੱਥਾ ਟੇਕ ਦਿੱਤਾ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਜੰਮਣ ਮਰਨ ਚੁੱਕਈ, ਫਿਰ ਫਿਰ ਆਵੇ ਜਾਏ। ਇਹ ਮਾਇਆ ਹੀ ਜੀਵ ਨੂੰ ਦੁਬਾਰੇ ਅਗਲੀਆਂ ਜੂਨਾਂ 'ਚ ਲੈ ਕੇ ਜਾਂਦੀ ਹੈ। ਧੀਆਂ ਪੁੱਤਰ ਵੀ ਮਾਇਆ ਹੈ, ਕਹਿੰਦੇ ਮਰਦਾ ਹੋਇਆ ਫਿਰ ਮਾਇਆ ਨੂੰ ਯਾਦ ਕਰਦਾ, ਬੱਚਿਆਂ ਨੂੰ ਯਾਦ ਕਰਦਾ ਤੇ ਸੂਰ ਦੀ ਜੂਨੀ ਤਿਆਰ ਹੋ ਜਾਂਦੀ ਹੈ। ਇਸੇ ਤਰ੍ਹਾਂ 84 ਲੱਖ ਜੂਨ ਦੇ ਵਿੱਚ ਜਾਣ ਦਾ ਕੋਈ ਨਾ ਕੋਈ ਕਾਰਨ ਬਣਦਾ, ਕੋਈ ਫੁਰਨਾ ਬਣਦਾ। ਉਹ ਫੁਰਨਾ ਪੂਰਾ ਕਰਨ ਵਾਸਤੇ ਪਰਮੇਸ਼ਰ ਉਹਨੂੰ ਉਹੋ ਜਿਹੇ ਥਾਂ ਤੇ ਪੈਦਾ ਕਰ ਦਿੰਦਾ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਤੇ ਇਸ ਕਰਕੇ ਜਦੋਂ ਕੋਈ ਜੀਵ ਪਰਮੇਸ਼ਰ ਤੋਂ ਮੰਗਦਾ ਤੇ ਫਿਰ ਉਹਨੂੰ ਉਹ ਦਿੰਦਾ। ਹੁਣ ਜੀਵ ਨੂੰ ਨਹੀਂ ਪਤਾ ਵੀ ਜਿਹੜਾ ਮੈਂ ਮੰਗ ਰਿਹਾ ਉਹ ਕੀ ਮੰਗ ਰਿਹਾ ਤੇ ਇਹ ਫਲ ਮਿਲਣਾ ਕਿਵੇਂ ਆ, ਇਹ ਪਰਮੇਸ਼ਰ ਨੂੰ ਪਤਾ ਹੈ। ਮਨੁੱਖ ਨੇ ਬੱਚਿਆਂ ਦੀ ਸੰਭਾਲ ਮੰਗੀ ਤੇ ਪਰਮੇਸ਼ਰ ਕਹਿੰਦੇ ਬੱਚੇ ਪਾਲਣੇ ਆ ਤੇ ਸੂਰ ਦੇ 18 ਵੀ ਹੁੰਦੇ ਆ। ਮਨੁੱਖ ਨੇ ਮਰਦੇ ਮਰਦੇ ਸੋਚਿਆ ਮੇਰੀ ਕੋਠੀ ਦਾ ਕੀ ਬਣੂ, ਕਹਿੰਦੇ ਜੇ ਕੋਠੀ 'ਚ ਹੀ ਰਹਿਣਾ ਤੇ ਫਿਰ ਤੂੰ ਭੂਤ ਪ੍ਰੇਤ ਬਣ ਕੇ ਤੁਰਿਆ ਫਿਰ, ਕਿਹਨੂੰ ਬੰਦਾ ਬਣਨ ਦੀ ਕੀ ਲੋੜ ਆ ਫਿਰ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਭਲਿਓ, ਇਹ ਮਾਇਆ ਜਿਹੜੀ ਹੈ ਜੀਵ ਨੂੰ ਪਰਮੇਸ਼ਰ ਤੋਂ ਦੂਰ ਲੈ ਜਾਂਦੀ ਹੈ। ਜੰਮਣ ਮਰਨ ਚੁੱਕਈ, ਜੰਮਣ ਮਰਨ ਦਾ ਚੱਕਰ ਖਤਮ ਨਹੀਂ ਹੁੰਦਾ। ਫਿਰ ਫਿਰ ਆਵੇ ਜਾਏ, ਤਿਹਾਂ ਗੁਣਾ ਵਿੱਚ ਸਹਿਜ ਨਾ ਪਾਈ ਹੈ। ਤਿੰਨਾਂ ਗੁਣਾਂ ਦੇ ਵਿੱਚ ਮਨੁੱਖ ਨੂੰ ਸਹਿਜ ਅਵਸਥਾ ਪ੍ਰਾਪਤ ਨਹੀਂ ਹੁੰਦੀ। ਰਜੋ ਗੁਣ ਭਾਵ ਰਾਜ ਭਾਗ ਦੇ ਵਿੱਚ ਵੀ ਮਨੁੱਖ ਭਟਕਣਾ ਵਿੱਚ ਹੈ। ਰਾਜੇ ਦਾ ਖਿਆਲ ਹੈ ਕਿ ਮੈਂ ਉਸ ਦੇਸ਼ ਨੂੰ ਵੀ ਆਪਣੇ ਵਿੱਚ ਮਿਲਾ ਲਵਾਂ, ਉਹਨੂੰ ਵੀ ਆਪਣੇ ਵਿੱਚ ਮਿਲਾ ਲਵਾਂ, ਮੇਰੀ ਆਮਦਨ ਵੱਧ ਜਾਵੇਗੀ। ਇਸ ਤਰ੍ਹਾਂ ਰਾਜਾ ਜਿਹੜਾ ਭਟਕਦਾ ਰਹਿੰਦਾ ਹੈ। ਸਹਿਜ ਅਵਸਥਾ ਪ੍ਰਾਪਤ ਕਰਨੀ ਬਹੁਤ ਔਖੀ ਹੈ। ਜਿਸ ਤਰ੍ਹਾਂ ਰਾਜਾ ਸਿਕੰਦਰ ਤੁਰਿਆ ਜਾ ਰਿਹਾ ਹੈ, ਸਾਰੇ ਸੰਸਾਰ ਨੂੰ ਉਸਨੇ ਛਤਰਧਾਰੀ ਰਾਜਾ ਬਣਨ ਦੀ ਕੋਸ਼ਿਸ਼ ਕੀਤੀ, ਚੱਕਰਵਰਤੀ ਰਾਜਾ ਬਣਨ ਦੀ ਸਲਾਹ ਕੀਤੀ। ਤਾਂ ਗੁਰੂ ਪਿਆਰੋ ਕਹਿੰਦੇ ਚੱਲਦੇ ਚੱਲਦੇ ਸਿਕੰਦਰ ਇਹ ਪੰਜਾਬ ਦੇ ਵਿੱਚ ਵੜ ਗਿਆ। ਪੰਜਾਬ ਨੂੰ ਵੀ ਜਿੱਤਣ ਦੀ ਕੋਸ਼ਿਸ਼ ਕੀਤੀ, ਆਪਣੇ ਰਾਜ ਵਿੱਚ ਮਿਲਾਉਣ ਦੀ। ਇਸ ਪੰਜਾਬ ਦੇ ਵਿੱਚ ਚਲਦਿਆਂ ਚਲਦਿਆਂ ਉਹਨੂੰ ਰਸਤੇ ਵਿੱਚ ਇੱਕ ਰਿਸ਼ੀ ਟੱਕਰਿਆ, ਸਾਧੂ ਟੱਕਰਿਆ, ਬੈਠਾ ਆਰਾਮ ਨਾਲ। ਸੋਚਿਆ ਜਾਂਦੇ ਜਾਂਦੇ ਇਹਨੂੰ ਨਮਸਕਾਰ ਹੀ ਕਰ ਲਈਏ, ਕੁਝ ਫਲ ਮਿਲੇਗਾ, ਜੰਗ ਜਿੱਤ ਜਾਵਾਂਗੇ। ਜਦ ਉਹ ਸਾਧੂ ਦੇ ਕੋਲ ਰੁਕਿਆ ਤੇ ਸਾਧੂ ਨੇ ਗੁਰੂ ਪਿਆਰੋ ਕੋਲੇ ਪਏ ਕੁਝ ਆਨੇ, ਕੁਝ ਪੈਸੇ ਸਿਕੰਦਰ ਨੂੰ ਦੇਣੇ ਕੀਤੇ। ਸਿਕੰਦਰ ਕਹਿੰਦਾ ਮੈਂ ਰਾਜਾ, ਮੈਨੂੰ ਤੇਰੇ ਪੈਸਿਆਂ ਦੀ ਕੀ ਲੋੜ ਹੈ। ਸਾਧੂ ਨੂੰ ਕਹਿਣ ਲੱਗੇ ਮੈਂ ਰਾਜਾ। ਸਾਧੂ ਕਹਿਣ ਲੱਗਿਆ ਚੱਲਿਆ ਕਿੱਥੇ ਹੈ? ਕਹਿੰਦਾ ਮੈਂ ਚੱਲਿਆ ਜੰਗ ਕਰਨ। ਕਾਹਦੇ ਵਾਸਤੇ? ਦੂਜੇ ਦੇਸ਼ ਦੀਆਂ ਹੱਦਾਂ ਭੰਨ ਕੇ ਮੈਂ ਆਪਣੇ ਦੇਸ਼ ਵਿੱਚ ਮਿਲਾ ਲਵਾਂਗਾ। ਕਹਿੰਦੇ ਫਿਰ ਕੀ ਹੋ ਜਾਊਗਾ?
ਕਹਿੰਦੇ ਫਿਰ ਸਾਡੇ ਦੇਸ਼ ਦੀ ਆਮਦਨ ਵੱਧ ਜਾਵੇਗੀ ਔਰ ਅਸੀਂ ਆਰਾਮ ਨਾਲ ਫਿਰ ਖੁੱਲ੍ਹਾ ਖਾ ਪੀ ਸਕਦੇ ਹਾਂ। ਕਹਿੰਦਾ ਫਿਰ ਇਹਦਾ ਮਤਲਬ ਹਜੇ ਤੂੰ ਭੁੱਖਾ ਹੀ ਹੈ ਨਾ, ਤੂੰ ਰਾਜਾ ਨਹੀਂ ਹੈ। ਰਾਜਾ ਤਾਂ ਰੱਜਿਆ ਹੋਇਆ ਹੁੰਦਾ ਹੈ, ਤੂੰ ਹਜੇ ਭੁੱਖਾ ਹੈ। ਆ ਲੈ ਜਾ ਆ ਵੀ। ਰਾਜਾ ਤਾਂ ਮੈਂ ਆ, ਦੇਖ ਆਰਾਮ ਦੇ ਨਾਲ ਬੈਠਾ ਹਾਂ ਔਰ ਰੱਬ ਰੱਬ ਕਰਦਾ ਹਾਂ, ਮੈਨੂੰ ਕੋਈ ਫਿਕਰ ਨਹੀਂ, ਕੋਈ ਫਾਕਾ ਨਹੀਂ। ਇਸ ਕਰਕੇ 3 ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਰਜੋ ਗੁਣ ਦੇ ਵਿੱਚ ਕੀ ਹੁੰਦਾ ਹੈ? ਰਾਜਨੀਤੀ, ਰਾਜ ਭਾਗ ਬਹੁਤ ਇਕੱਠਾ ਕਰਨਾ, ਥੋੜਾ ਵੰਡ ਦੇਣਾ। ਤਮੋ ਗੁਣ ਦੇ ਵਿੱਚ ਇਕੱਠਾ ਹੀ ਕਰਨਾ, ਦੇਣਾ ਕਿਸੇ ਨੂੰ ਪੈਸਾ ਇੱਕ ਨਹੀਂ। ਸਤੋ ਗੁਣ ਕੀ ਹੈ? ਧਰਮ ਦੇ ਕੰਮ ਕਰਦਿਆਂ ਵੀ ਮਨੁੱਖ ਵਿੱਚ ਹੰਕਾਰ ਆ ਜਾਂਦਾ ਹੈ, ਇਹ ਵੀ ਤਮਾ ਬਣ ਜਾਂਦੀ ਹੈ। ਸਤੋ ਗੁਣ, ਜਦੋਂ ਕੋਈ ਧਰਮ ਦੇ ਕਾਰਜ ਕਰਦੇ ਆ ਬੰਦੇ ਨੂੰ ਹੰਕਾਰ ਹੋ ਗਿਆ ਵੀ ਮੇਰੇ ਵਰਗਾ ਤਾਂ ਕੋਈ ਭਾਈ ਧਰਮੀ ਬੰਦਾ ਹੀ ਨਹੀਂਗਾ, ਮੇਰੇ ਵਰਗਾ ਕਿਹੜਾ ਗਿਆਨੀ ਹੈ, ਮੈਂ ਤਾਂ ਬਹੁਤ ਸੇਵਾ ਕਰਦਾ ਲਈ ਅਸੀਂ ਹਰ ਸਾਲ ਗੁਰਦੁਆਰੇ 'ਚ ਇੰਨੇ ਪੈਸੇ ਦਿੰਦੇ ਆ। ਕਈ ਮਹੀਨੇ ਬਾਅਦ ਕਹਿ ਦਿੰਦੇ ਆ ਅਸੀਂ ਇੰਨੀ ਸੇਵਾ ਕਰਾਉਣੇ ਆ, ਅਸੀਂ ਫਲਾਣੇ ਥਾਂ ਇੰਨਾ ਦਾਨ ਪੁੰਨ ਕੀਤਾ। ਜਦੋਂ ਇਹ ਗੱਲਾਂ ਆ ਗਈਆਂ ਮਨੁੱਖ ਦੇ ਅੰਦਰ ਤਾਂ ਉਦੋਂ ਵੀ ਇਹ ਜਿਹੜਾ ਹੈ ਭਟਕ ਗਿਆ। ਇਸੇ ਕਰਕੇ ਸਿਆਣੇ ਕਹਿੰਦੇ ਆ ਨੇਕੀ ਕਰ ਦਰਿਆ ਮੈਂ ਡਾਲ। ਤੇ ਸਤਿਗੁਰੂ ਵੀ ਕਹਿੰਦੇ ਆ ਹਰਜੂ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਜਦੋਂ ਕੋਈ ਚੰਗਾ ਕੰਮ ਕਰਕੇ ਉਹਦਾ ਹੰਕਾਰ ਕਰਦਾ ਹੈ ਤਾਂ ਸਮਝੋ ਉਹ ਫੇਰ ਜਿਹੜਾ ਹੈ ਭਟਕਣਾ ਵੀ ਚਲਿਆ ਗਿਆ। 3 ਗੁਣਾਂ ਦੇ ਵਿੱਚ ਸਹਿਜ ਅਵਸਥਾ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ 3 ਗੁਣਾਂ ਵਿੱਚ ਸਹਿਜ ਨਾ ਉਪਜੈ ਪਾਈਐ। 3 ਗੁਣ ਭਰਮ ਭੁਲਾਏ। ਇਹ 3 ਗੁਣ ਜੀਵ ਨੂੰ ਫਿਰ ਭਟਕਾ ਦਿੰਦੇ ਐ, ਕਰਮਾਂ ਵਿੱਚ ਉਲਝਾ ਦਿੰਦੇ ਨੇ, ਚੱਕਰਾਂ ਵਿੱਚ ਪਾ ਦਿੰਦੇ ਐ। 3 ਗੁਣ ਭਰਮ ਭੁਲਾਏ ਪੜੀਐ ਗੁਣੀਆਂ ਕਿਆ ਕਥੀਐ ਜੈ ਮੁੰਡੋਂ ਕੁੱਠਾ ਜਾਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੇਦਾਂ ਗ੍ਰੰਥਾਂ ਨੂੰ ਪੜ੍ਹਨ ਦਾ, ਗੁਣੀਆਂ ਵਿਚਾਰ ਕੇ ਹੋਰਨਾਂ ਨੂੰ ਸੁਣਾਉਣ ਦਾ ਕੀ ਫਾਇਦਾ ਜੇ ਅਸੀਂ ਜਨਮ ਤੋਂ ਹੀ ਪਰਮੇਸ਼ਰ ਨੂੰ ਭੁੱਲੇ ਹੋਏ ਹਾਂ, ਗੁਰੂ ਦੇ ਲੜ ਨਹੀਂ ਲੱਗਦੇ। ਮੂਲ ਰੂਪ ਜੋ ਪਰਮੇਸ਼ਰ ਹੈ ਉਸ ਨੂੰ ਜਾਣਿਆ ਨਹੀਂ। ਤਾਂ ਫਿਰ ਕਬੀਰ ਸਾਹਿਬ ਜੀ ਦਾ ਬਚਨ ਵੀ ਇੱਥੇ ਲੱਗ ਗਿਆ, ਕਿਆ ਪੜ੍ਹੀ ਹੈ ਕਿਆ ਗੁਣੀਆਂ ਕਿਆ ਵੇਦ ਪੁਰਾਨਾ ਸੁਣੀਐ। ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਸਹਿਜ ਅਵਸਥਾ ਜੋ ਭਗਤ ਨਾਮਦੇਵ ਜੀ ਨੂੰ ਪ੍ਰਾਪਤ ਹੋਈ ਆ। ਭਗਤ ਜੀ ਹਰ ਥਾਂ ਦੇ ਉੱਤੇ ਪਰਮੇਸ਼ਰ ਨੂੰ ਦੇਖਦੇ ਆ। ਜੀ ਉਹਨਾਂ ਦੇ ਘਰ ਪ੍ਰਸ਼ਾਦਾ ਬਣਾ ਰਹੇ ਆ, ਕੁੱਤਾ ਆ ਗਿਆ ਤੇ ਕੁਝ ਪ੍ਰਸ਼ਾਦੇ ਚੱਕ ਕੇ ਭੱਜ ਲਿਆ ਤੇ ਇਹ ਕਹਿਣ ਲੱਗੇ ਮਹਾਰਾਜ ਰੁੱਖੀ ਨਾ ਖਾਇਓ, ਆਪਣਾ ਬਾਂਟਾ ਲੈ ਕੇ ਜਾਇਓ, ਭਾਵ ਘਿਓ ਵੀ ਲੈ ਲਓ। ਇਸੇ ਤਰ੍ਹਾਂ ਉਹਨਾਂ ਦੇ ਨਾਲ ਪਰਮੇਸ਼ਰ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖੇਡਾਂ ਖੇਡੀਆਂ। ਇਤਿਹਾਸ ਕਹਿੰਦਾ ਕਿ ਉਹਨਾਂ ਨੂੰ 72 ਵਾਰੀ ਪਰਮੇਸ਼ਰ ਨੇ ਅਲੱਗ-ਅਲੱਗ ਰੂਪਾਂ 'ਚ ਦਰਸ਼ਨ ਦਿੱਤੇ। ਤੇ ਇੱਕ ਦਿਨ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ। ਆਂਢੀਆਂ ਗੁਆਂਢੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਬੁਝਾਈ, ਕੁਝ ਸਮਾਨ ਬਚਾ ਸਕੇ, ਜਿੰਨਾ ਬਚਾਇਆ ਬਾਹਰ ਕੱਢਿਆ। ਔਰ ਇੱਕ ਬੰਦਾ ਭਜਾਇਆ ਕਿ ਜਾਓ, ਭੱਜ ਕੇ ਜਾ ਕੇ ਨਾਮਦੇਵ ਨੂੰ ਸੱਦ ਕੇ ਲਿਆਓ, ਮੰਦਰ 'ਚ ਬੈਠੇ ਹੋਣਗੇ। ਉਹ ਬੰਦਾ ਭੱਜਿਆ ਗਿਆ ਮੰਦਰ 'ਚ। ਭਗਤ ਜੀ ਘਰੇ ਚੱਲੋ। ਭਗਤ ਜੀ 2 ਤਾਰਾ ਲੈ ਕੇ ਪਰਮੇਸ਼ਰ ਦੀ ਸਿਫਤ ਸਲਾਹ ਕਰ ਰਹੇ ਸੀ। ਸ਼ਬਦ ਪੂਰਾ ਕਰਕੇ ਕਹਿਣ ਲੱਗੇ ਕੀ ਗੱਲ ਹੋ ਗਈ? ਕਹਿੰਦੇ ਘਰੇ ਚਲੋ, ਤੁਹਾਨੂੰ ਘਰੇ ਸੱਦਿਆ। ਕਹਿੰਦੇ ਗੱਲ ਕੀ ਹੋ ਗਈ? ਤੁਹਾਡੇ ਘਰ ਨੂੰ ਅੱਗ ਲੱਗ ਗਈ। ਅੱਛਾ ਚਲੋ ਮੇਰੇ ਨਾਲ ਚੱਲੋ। ਭਗਤ ਜੀ ਉੱਠੇ, ਨਾਲ ਤੁਰ ਪਏ। ਉਹ ਆਪਣੀ ਸਹਿਜ ਦੇ ਵਿੱਚ ਆਉਂਦੇ ਨੇ, ਰੱਬ ਰੱਬ ਕਰਦੇ ਆ ਰਹੇ ਆ। ਹੌਲੀ ਹੌਲੀ ਜਿਹੜਾ ਸੱਦਣ ਗਿਆ ਉਹ ਕਹਿੰਦਾ ਛੇਤੀ ਚੱਲੋ ਮਹਾਰਾਜ, ਛੇਤੀ ਚੱਲੋ ਘਰੇ। ਜਦੋਂ ਨੇ 5-4 ਵਾਰੀ ਕਿਹਾ ਨਾ ਛੇਤੀ ਚੱਲੋ, ਭੱਜ ਲਓ, ਜੇ ਵੋ, ਭਗਤ ਜੀ ਕਹਿੰਦੇ ਯਾਰ ਮੱਚਦਾ ਤੇ ਸਾਰਾ ਮੱਚੇ, ਜਿਹੜਾ ਬਚੇ ਉਹ ਵੀ ਮੱਚ ਜਾਵੇ, ਪਰ ਮੈਂ ਤਾਂ ਸਹਿਜ ਅਵਸਥਾ ਮਸਾਂ ਪ੍ਰਾਪਤ ਕੀਤੀ ਹੈ, ਮੈਂ ਨਹੀਂ ਭੱਜਣਾ, ਮੈਂ ਤਾਂ ਹੌਲੀ ਜਾਊਂਗਾ, ਜੋ ਹੁੰਦਾ ਹੋਵੇ। ਹੌਲੀ ਹੌਲੀ ਘਰੇ ਪਹੁੰਚ ਗਏ।
ਜਦ ਘਰ ਆਏ ਤਾਂ ਜਿਹੜਾ ਕੁਝ ਸਮਾਨ ਬਚਾ ਕੇ ਬਾਹਰ ਕੱਢਿਆ ਸੀਗਾ ਉਹ ਵੀ ਚੱਕ ਚੱਕ ਕੇ ਅੱਗ ਵਿੱਚ ਸਿੱਟਣ ਲੱਗੇ। ਕਹਿੰਦੇ ਵਾਹ ਮਹਾਰਾਜ, ਜਦ ਘਰ ਤੂੰ ਸੰਭਾਲ ਲਿਆ, ਸਮਾਨ ਵੀ ਤੂੰ ਹੀ ਸੰਭਾਲ, ਹੁਣ ਮੈਂ ਇਹਨੂੰ ਕਿੱਥੇ ਰੱਖਾਂਗਾ। ਲੋਕਾਂ ਨੇ ਕਿਹਾ ਭਗਤ ਜੀ ਐਦਾਂ ਨਾ ਕਰੋ, ਅਸੀਂ ਤਾਂ ਮਸਾਂ ਬਚਾਇਆ। ਕਹਿੰਦੇ ਮੈਂ ਹੁਣ ਕਿੱਥੇ ਰੱਖੂੰਗਾ। ਜਿਹਨੇ ਘਰ ਸਾਂਭਿਆ ਉਹੀ ਇਸ ਨੂੰ ਵੀ ਸਾਂਭੂਗਾ। तो फिर भगत जी अपनी भगती विच लीन हो गए। तो कहते दूसरे दिन की वेखदे आ लोग, जिथे कल घर नूं अग लगी सी उत्थे सुंदर घर बनिया पिया नवां, मच्चे दा नौ निशान ही खत्म करता, बड़ा सुंदर घर बनिया पिया। ते आंढी गुआंढी वेखदे आ भी राते रात भगत ने किहड़े तरखान तो किहड़े मिस्त्री तो घर पवा लिया। उत्थे फिर शब्द उचारते आ, पाड़ पड़ोसन पूछ ले नामा, कापै छान छवाई हो। भगत जी ये तुसी छन भावे घर की तो पवाया, किहड़ा मिस्त्री सीगा। तो पै दुगनी मजूरी देहो, मोको बेडी देहो बताई हो। सानू भी दस दिओ किहड़ा मिस्त्री है, असी दुगने पैसे दे के भी एदों सोहना घर बनाउणा। भगत नामदेव जी कहते री बाई बेडी देन ना जाई। भाई वो तरखान वो मिस्त्री दिता नहीं जा सकता, दसिया नहीं जा सकता, मैं की करा। देख बेटी रहो समाई, वो मिस्त्री तो थां थां ते समाया होया। बेडी प्रीत मंजूरी मांगे, जो कोऊ छान छवावै हो। वो बेडी वो तरखान वो मिस्त्री तां प्रीत की मजूरी लैंदा, पैसों की नहीं लैंदा। तू कहना मैं दुगने पैसे दे दूंगा, तो पै दुगनी मजूरी दे हो। वो प्रेम की भेटा लैंदा है। बेडी प्रीत मंजूरी मांगे, जो को छान छवावै हो। बेडी के गो सुनरी बाई, जल्द बांधरू थाप्यो हो। आप छानता की उसने तो पानी उत्ते आ धरती रख दी है, पहाड़ रख दिते है, थले पानी है ना धरती दे सारे, ये धरती पानी उत्ते पई है अपनी। तो भगत जी कहते उस परमेश्वर ने पानी नूं बन के धरती उत्ते रख दी। जल्द बांध थापे हो, नामे के स्वामी सीब होरी। वो नामे का मालक सीब होरी, जिसने ये जीवात्मा नूं अपने विच मिलाया है। रावण आप्यो हो, ओही रावण है, ओही राम है, ओही सीता है, आदि आदि ये सब को जो आप ही है, भाव ओही परमेश्वर है, ओही आत्मा है। मैं किवें देवां, वो तो हर थां ते वसदा है। इसी तरह ही पातशाह जी इत्थे भी कहते हैं कि उस नूं केवल पढ़न गुण जां कथन दे नाल नहीं पाया जा सकता जी। उसनूं समझिया नहीं, मुंडों ही असी उस तो मुनक्कर हाँ, उसनूं मनदे नहीं, उहनूं जाणदे नहीं। मुंडों भुत्था जाए, चौथे पद में सहज है, गुरमुख पल्ले पाए। चौथी अवस्था भी सहज अवस्था बनती है। रज तम सत कल तेरी छाया। रजो तमो सतो, इन्हां तिन्नां गुणां विच मनुख भटकदा है। कल वाले गुण में जाके ये टिकदा है, रुकदा है, हौली हुंदा है, साडा मन टिकदा है। वाजे पंच शब्द तित घर सुभागे, कला जित कर धारिया। पंच दूत तुद वस कीते, काल कंटक मारिया। तुर कर्म पाया तुद जिनको, से नाम हर के लागे। कहे नानक तै सुख होआ, तित कर अनहद वाजे। इस करके वो चौथा गुण जिहड़ा है, रज तम सत कल तेरी छाया। चौथे गुण परम पद पाया। जागत सुपन सखोपती तुरिया। तीन आत्म भूपत की है पुरिया। पर सुख किथे है? तुरिया अवस्था विच, चौथी अवस्था विच। बाबा जी कहते चौथे पद में सहज है, गुरमुख पल्ले पाए। उत्थे जाके सहज अवस्था प्राप्त हुंदी है। निर्गुण नाम निधान है, सहजे सोझी होए। उस परिपूर्ण परमेश्वर परमात्मा नाल जुड़ करके निर्गुण, जो रंग रूप तो रहत है, वो नाम का खजाना जिहड़ा है, सहज भी जाके ही उसनूं जाणिया जा सकदा है। सहजे सोझी होए। किसी चीज़ की खोज करते हैं, वो भी हौली हौली हुंदी आ, एकदम नहीं हुंदी। कोई लच्छा उलझ जावे, उहदा सिरा भी हौली हौली लभदा।
ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵੀ ਉਲਝੀ ਹੋਈ ਆ। ਇਹਦਾ ਸਿਰਾ ਪਰਮੇਸ਼ਰ ਵੀ ਸਹਿਜੇ ਸਹਿਜੇ ਲੱਭ ਜਾਣਾ, ਤੇ ਜਿਨ੍ਹਾਂ ਨੇ ਸਹਿਜ ਵਿੱਚ ਰਹਿ ਕੇ ਲੱਭਣਾ ਕੀਤਾ ਉਹਨਾਂ ਨੂੰ ਲੱਭ ਗਿਆ। ਗੁਣਵੰਤੀ ਸਲਾਹਿਆ ਸੱਚੇ ਸੱਚੀ ਸੋਏ। ਔਰ ਗੁਰੂ ਦੇ ਗੁਣਾਂ ਨੂੰ ਗ੍ਰਹਿਣ ਕਰਕੇ ਉਹਦੀ ਸਿਫਤ ਸਲਾਹ ਕੀਤੀ ਸੱਚ ਦੀ, ਉਹਨਾਂ ਦੀ ਆਤਮਾ ਵੀ ਸੱਚੀ ਹੋ ਗਈ। ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ। ਇਸ ਤਰ੍ਹਾਂ ਭਟਕਿਆਂ ਹੋਇਆਂ ਨੂੰ ਉਹ ਪਰਮੇਸ਼ਰ ਆਪ ਹੀ ਆਪਣੇ ਵਿੱਚ ਮਿਲਾ ਲੈਂਦਾ, ਤੇ ਇੱਕ ਦਿਨ ਸੱਚ ਦੇ ਵਿੱਚ ਮਿਲ ਕਰਕੇ ਪਰਮੇਸ਼ਰ ਨਾਲ ਮਿਲਾਪ ਹੋ ਜਾਂਦਾ ਔਰ ਉਹਨਾਂ ਦਾ ਭਟਕਣਾ ਖਤਮ ਹੋ ਜਾਂਦੀ ਆ। ਪਰ ਜਿਹੜੇ ਗੱਲ ਨਹੀਂ ਸਮਝਦੇ, ਬਿਨ ਸਹਿਜੇ ਸਭ ਅੰਧ ਹੈ ਮਾਇਆ ਮੋਹ ਗੁਬਾਰ। ਸਹਿਜ ਅਵਸਥਾ ਤੋਂ ਬਗੈਰ ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਿਹਾ ਹੈ, ਮਾਇਆ ਦੇ ਗੁਬਾਰ ਵਿੱਚ ਭਟਕ ਰਿਹਾ ਹੈ। ਇਹਦੇ ਵਿੱਚੋਂ ਕਿਵੇਂ ਨਿਕਲ ਸਕਦਾ ਹੈ, ਇਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। 7 ਪਦੇ ਆਪਾਂ ਸਰਵਣ ਕੀਤੇ। 8ਵੇਂ ਪਦੇ ਰਾਹੀਂ ਬਿਨ ਸਹਿਜੇ ਸਭ ਅੰਧ ਹੈ ਮਾਇਆ ਮੋਹ ਗੁਬਾਰ। ਸਹਿਜੇ ਹੀ ਸੋਝੀ ਪਈ ਸੱਚੇ ਸ਼ਬਦ ਅਪਾਰ। ਆਪੇ ਬਖਸ਼ ਮਿਲਾਇਨ ਪੂਰਾ ਗੁਰ ਕਰਤਾਰ। ਇਹਨਾਂ ਸ਼ਬਦਾਂ ਵਿੱਚ ਗੁਰੂ ਸਾਹਿਬ ਕੀ ਬਖਸ਼ਿਸ਼ ਕਰਦੇ ਹੈ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਦੀ